Hello students, Rajay. Today date is 14 October. Business management यानी कि BOMP ਦਾ next topic that start कर रहे हैं that is departmentation ਵਿਭਾਗੀਕਰਨ। ਇਹਦਾ ਮਤਲਬ ਕੀ ਹੁੰਦਾ ਹੈ ਕਿ ਆਰਗੇਨਾਈਜੇਸ਼ਨ ਨੂੰ ਦੇ ਕੰਮ ਨੂੰ ਜਦੋਂ ਆਪਾਂ ਗਰੁੱਪਸ ਦੇ ਵਿੱਚ ਡਿਵਾਈਡ ਕਰ ਦਿੰਦੇ ਹਾਂ, ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ ਡਿਵਾਈਡ ਕਰ ਦਿੰਦੇ ਹਾਂ, ਤਾਂ ਉਸ ਪ੍ਰੋਸੈਸ ਨੂੰ ਬੋਲਦੇ ਆ ਡਿਪਾਰਟਮੈਂਟੇਸ਼ਨ। ਹੁਣ ਜਿਵੇਂ ਆਰਗੇਨਾਈਜੇਸ਼ਨ 'ਚ ਬਹੁਤ ਸਾਰੇ ਕੰਮ ਹੁੰਦੇ ਨੇ ਤਾਂ ਆਪਾਂ ਉਹਦੇ ਡਿਪਾਰਟਮੈਂਟ ਬਣਾਉਂਦੇ ਹਾਂ, ਜਿਵੇਂ ਪਰਚੇਜ਼ ਡਿਪਾਰਟਮੈਂਟ, ਸੇਲਸ ਡਿਪਾਰਟਮੈਂਟ, ਫਾਈਨਾਂਸ ਡਿਪਾਰਟਮੈਂਟ, ਮਾਰਕੀਟਿੰਗ ਡਿਪਾਰਟਮੈਂਟ। ਤਾਂ ਆਪਾਂ ਕਿਉਂ ਬਣਾਉਂਦੇ ਹਾਂ ਤਾਂ ਕਿ ਹਰੇਕ ਡਿਪਾਰਟਮੈਂਟ ਆਪਣਾ ਕੰਮ ਸਮੂਥਲੀ ਕਰ ਸਕੇ। ਅਤੇ ਹਰੇਕ ਡਿਪਾਰਟਮੈਂਟ ਦਾ ਇੱਕ ਹੈੱਡ ਬਣਾ ਦਿੱਤਾ ਜਾਂਦਾ ਆ ਜਿਹਨੂੰ ਉਸ ਡਿਪਾਰਟਮੈਂਟ ਦਾ ਮੈਨੇਜਰ ਕਿਹਾ ਜਾਂਦਾ ਹੈਗਾ। ਸੇਲ ਡਿਪਾਰਟਮੈਂਟ ਦਾ ਸੇਲ ਮੈਨੇਜਰ ਬਣੇਗਾ, ਪਰਚੇਜ਼ ਡਿਪਾਰਟਮੈਂਟ ਦਾ ਪਰਚੇਜ਼ ਮੈਨੇਜਰ ਬਣੇਗਾ। ਮਤਲਬ ਕਿ ਇਹ ਸਾਰੇ ਕੰਮ ਨੂੰ ਜਦੋਂ ਅਲੱਗ-ਅਲੱਗ ਗਰੁੱਪਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ, ਡਿਪਾਰਟਮੈਂਟਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਤਾਂ ਉਹ ਸਾਰੇ ਪ੍ਰੋਸੈਸ ਨੂੰ ਡਿਪਾਰਟਮੈਂਟੇਸ਼ਨ ਕਿਹਾ ਜਾਂਦਾ ਹੈ। ਡਿਪਾਰਟਮੈਂਟੇਸ਼ਨ ਨੂੰ ਕਿਉਂ ਬਣਾਇਆ ਜਾਂਦਾ ਹੈ, ਇਹਦੀ ਨੀਡ ਐਂਡ ਸਿਗਨੀਫਿਕੈਂਸ ਕੀ ਹੈਗੀ ਹੈ। ਸਭ ਤੋਂ ਪਹਿਲੀ ਇਹਦੇ ਨਾਲ ਕੀ ਹੁੰਦਾ, ਡਿਪਾਰਟਮੈਂਟਸ ਬਣਾਉਣ ਦੇ ਨਾਲ ਮੈਨੇਜਮੈਂਟ ਯਾਨੀ ਕਿ ਬਿਜ਼ਨਸ ਦੀ ਐਫੀਸ਼ੀਐਂਸੀ ਇਨਕਰੀਜ਼ ਹੁੰਦੀ ਹੈ, ਕੰਮ ਕਰਨ ਦੀ ਕੁਸ਼ਲਤਾ ਇਨਕਰੀਜ਼ ਹੁੰਦੀ ਹੈ। ਦੂਸਰੇ ਨੰਬਰ 'ਤੇ ਹਰੇਕ ਨੂੰ ਆਪਣੀ ਰਿਸਪੌਂਸਿਬਿਲਟੀ ਪਤਾ ਲੱਗਦੀ ਹੈ ਕਿ ਕੋਈ ਵੀ ਕੰਮ ਹੋਇਆ ਕਿਸ ਡਿਪਾਰਟਮੈਂਟ ਨੇ ਕੀਤਾ, ਕਿਵੇਂ ਕੀਤਾ, ਵਧੀਆ ਕੀਤਾ, ਨਹੀਂ ਵਧੀਆ ਕੀਤਾ, ਉਹ ਉਹੀ ਡਿਪਾਰਟਮੈਂਟ ਰਿਸਪੌਂਸੀਬਲ ਹੋਏਗਾ। ਤੀਸਰੇ ਨੰਬਰ 'ਤੇ ਹਰੇਕ ਡਿਪਾਰਟਮੈਂਟ ਦਾ ਸਟੈਂਡਰਡ ਫਿਕਸ ਕਰ ਦਿੱਤਾ ਜਾਂਦਾ ਹੈ, ਮਤਲਬ ਟਾਰਗੇਟ, ਤਾਂ ਕਿ ਕੰਮ ਜਿਹੜਾ ਉਹ ਆਪਣੇ ਟਾਰਗੇਟ ਨੂੰ ਅਚੀਵ ਕਰਨ ਦੇ ਲਈ ਕਰਨ। ਚੌਥਾ, ਓਪਰਚੁਨਿਟੀਜ਼ ਕ੍ਰੀਏਟ ਹੁੰਦੀਆਂ, ਮੌਕੇ ਪੈਦਾ ਹੁੰਦੇ ਨੇ ਕਿ ਕਿਉਂਕਿ ਇਹਦੇ ਵਿੱਚ ਹਰੇਕ ਡਿਪਾਰਟਮੈਂਟ ਹੈੱਡ ਕੀ ਕਰਦਾ ਹੈ, ਹਰ ਇੱਕ ਓਪਰਚੁਨਿਟੀਜ਼ ਨੂੰ ਲੱਭ ਕੇ ਉਹ ਤੋਂ ਫਾਇਦਾ ਲੈਣ ਦੀ ਕੋਸ਼ਿਸ਼ ਕਰੇਗਾ। ਤਾਂ ਕਰਕੇ ਆਪਾਂ ਡਿਪਾਰਟਮੈਂਟੇਸ਼ਨ ਕਰਦੇ ਹਾਂ। ਡਿਪਾਰਟਮੈਂਟਸ ਬਣਾਉਣ ਦੇ ਲਈ ਕੀ ਪ੍ਰੋਸੈਸ ਫੋਲੋ ਕੀਤੇ ਜਾਂਦੇ ਆ। ਸਭ ਤੋਂ ਪਹਿਲਾਂ ਕੰਮ ਨੂੰ ਆਇਡੈਂਟੀਫਾਈ ਕੀਤਾ ਜਾਂਦਾ ਹੈ, ਟਾਸਕ ਆਇਡੈਂਟੀਫਾਈ ਕੀਤਾ ਜਾਂਦਾ ਹੈ। ਫਿਰ ਹਰੇਕ ਟਾਸਕ ਦੀ ਡਿਟੇਲ ਜਿਹੜੀ ਆ ਉਹਨੂੰ ਐਨਾਲਿਸਿਸ ਕੀਤਾ ਜਾਂਦਾ ਗਾ। ਤੀਸਰੇ ਨੰਬਰ 'ਤੇ ਫਿਰ ਜਿਹੜੀਆਂ ਐਕਟੀਵਿਟੀਜ਼ ਨੇ ਉਹਨਾਂ ਸਾਰੇ ਕੰਮ ਨੂੰ, ਜਿਹੜੇ ਸਿਮੀਲਰ ਐਕਟੀਵਿਟੀਜ਼ ਨੇ ਉਹਨਾਂ ਨੂੰ ਡਿਸਕ੍ਰਾਈਬ ਕੀਤਾ ਜਾਂਦਾ ਗਾ। ਦੈਨ ਗਰੁੱਪਸ ਬਣਾ ਦਿੱਤੇ ਜਾਂਦੇ ਨੇ ਕਿਉਂਕਿ ਹਰੇਕ ਡਿਪਾਰਟਮੈਂਟ ਹੈੱਡ ਕੀ ਕਰਦਾ ਹੈ, ਗਰੁੱਪਸ ਐਕਟੀਵਿਟੀਜ਼ ਦਾ ਇੱਕ ਗਰੁੱਪ ਬਣਾ ਲੈਂਦੇ ਨੇ। ਅਤੇ ਹਰੇਕ ਡਿਪਾਰਟਮੈਂਟ ਹੈੱਡ ਜਿਹੜਾ ਹਰੇਕ ਪਰਸਨ ਨੂੰ ਅਥੋਰਿਟੀ ਐਂਡ ਰਿਸਪੌਂਸਿਬਿਲਿਟੀ ਜਿਹੜੀ ਆ ਉਹ ਡਿਫਾਈਨ ਕਰ ਦਿੰਦੇ ਆ। ਡਿਪਾਰਟਮੈਂਟੇਸ਼ਨ ਦੇ ਵਿੱਚ ਕੁਛ ਕੁ ਪ੍ਰੋਬਲਮਸ ਨੇ, ਡੇਂਜਰਸ ਜਿਹੜੀਆਂ ਮਤਲਬ ਲਿਮੀਟੇਸ਼ਨਸ ਨੇ, ਉਹ ਕੀ ਨੇ। ਸਭ ਤੋਂ ਪਹਿਲੀ ਲਿਮੀਟੇਸ਼ਨ ਆਉਂਦੀ ਹੈ ਰਾਜੇ ਲੈਕ ਆਫ ਕੋਆਰਡੀਨੇਸ਼ਨ ਦੀ, ਕਿ ਡਿਪਾਰਟਮੈਂਟ ਦੇ ਵਿੱਚ ਜ਼ਰੂਰੀ ਨਹੀਂ ਹੈਗਾ ਕਿ ਹਰ ਇੱਕ ਪਰਸਨ ਦੇ ਵਿੱਚ ਕੋਆਰਡੀਨੇਸ਼ਨ ਬਣਿਆ ਰਹੇ। ਪਹਿਲੀ ਪ੍ਰੋਬਲਮ ਆਉਂਦੀ ਹੈ ਕਿ ਹਰੇਕ ਡਿਪਾਰਟਮੈਂਟ ਵਿੱਚ ਕੋਆਰਡੀਨੇਸ਼ਨ ਦੀ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ। ਦੂਸਰੇ ਨੰਬਰ 'ਤੇ ਕਮਿਊਨੀਕੇਸ਼ਨ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਕਿ ਡਿਪਾਰਟਮੈਂਟਸ ਬਣ ਤਾਂ ਜਾਂਦੇ ਨੇ ਪਰ ਇੱਕ ਦੂਜੇ ਨਾਲ ਗੱਲਬਾਤ ਕਰਨ ਦੇ ਵਿੱਚ ਕੀ ਆਉਂਦੀ ਹੈ, ਦਿੱਕਤ ਆਉਂਦੀ ਹੈ। ਤੀਸਰੇ ਨੰਬਰ 'ਤੇ ਡਿਪਾਰਟਮੈਂਟ ਦੇ ਨਾਲ ਕੀ ਹੁੰਦਾ ਆ, ਮੈਨੇਜਮੈਂਟ ਦਾ ਲੈਵਲ ਤਾਂ ਇਨਕਰੀਜ਼ ਹੋ ਜਾਂਦਾ ਆ, ਜਿਹਦੇ ਕਰਕੇ ਤੁਹਾਨੂੰ ਇਹ ਪ੍ਰੋਸੈਸ ਕੀ ਪੈਂਦਾ, ਐਕਸਪੈਂਸਿਵ ਪੈਂਦਾ, ਮਹਿੰਗਾ ਪੈਂਦਾ। ਡਿਪਾਰਟਮੈਂਟੇਸ਼ਨ ਕਰ ਤਾਂ ਲੈਂਦੇ ਹਾਂ ਪਰ ਡਿਪਾਰਟਮੈਂਟੇਸ਼ਨ ਕਰਨ ਦੇ ਲਈ ਜਿਹੜਾ ਖਰਚਾ ਉਹ ਜ਼ਿਆਦਾ ਆਉਂਦਾ। ਉਸ ਤੋਂ ਬਾਅਦ ਆਉਂਦੇ ਆ ਕਿਹੜੇ ਫੈਕਟਰ ਇਨਫਲੂਐਂਸ ਕਰਦੇ ਆ ਜਦੋਂ ਵੀ ਆਪਾਂ ਕੋਈ ਕੰਮ ਅਸਾਈਨ ਕਰਦੇ ਹਾਂ। ਸਭ ਤੋਂ ਪਹਿਲਾਂ ਸਪੈਸ਼ਲਾਈਜੇਸ਼ਨ ਆਉਂਦਾ। ਆਪਾਂ ਪਹਿਲਾਂ ਸਪੈਸ਼ਲਿਟੀ ਦੇਖਦੇ ਹਾਂ ਕਿ ਜਿਹੜਾ ਪਰਸਨ ਜਿਹੜੇ ਕੰਮ ਦੇ ਵਿੱਚ ਸਪੈਸ਼ਲ ਹੁੰਦਾ ਉਹਨੂੰ ਉਸ ਤਰੀਕੇ ਦਾ ਕੰਮ ਦਿੱਤਾ ਜਾਂਦਾ। ਦੂਸਰੇ ਨੰਬਰ 'ਤੇ ਕੰਟਰੋਲ ਦੇਖਿਆ ਜਾਂਦਾ ਹੈ ਕਿ ਜਿਹੜਾ ਡਿਪਾਰਟਮੈਂਟੇਸ਼ਨ ਹੈ ਉਹ ਕਿੰਨੇ ਕੁ ਪਰਸਨਸ ਨੂੰ ਈਜ਼ੀਲੀ ਕੰਟਰੋਲ ਕਰ ਸਕਦਾ ਹੈਗਾ। ਤੀਸਰੇ ਨੰਬਰ 'ਤੇ ਕੋਆਰਡੀਨੇਸ਼ਨ ਬਣਾਇਆ ਜਾਂਦਾ, ਤਾਲਮੇਲ, ਤਾਂ ਕਿ ਡਿਪਾਰਟਮੈਂਟ ਦੇ ਵਿੱਚ ਈਜ਼ੀਲੀ ਕੰਮ ਹੁੰਦਾ ਰਹੇ। ਚੌਥੇ ਨੰਬਰ 'ਤੇ ਕੀ ਐਕਟੀਵਿਟੀਜ਼ ਵੀ, ਮੇਜਰ ਕੰਮ ਕਿਹੜੇ ਨੇ ਉਹ ਦੇਖੇ ਜਾਂਦੇ ਨੇ। ਪੰਜਵੇਂ ਨੰਬਰ 'ਤੇ ਲੋਕਲ ਕੰਡੀਸ਼ਨਸ ਦੇਖੀਆਂ ਜਾਂਦੀਆਂ ਨੇ, ਕੰਮ ਕਰਨ ਦਾ ਤਰੀਕਾ ਕਿਹੋ ਜਿਹੇ ਲੋਕ ਕੰਮ ਕਰ ਰਹੇ ਨੇ। ਨੈਕਸਟ ਹੈਗਾ ਇਕੋਨਮੀ, ਬੱਚਤ। ਹਮੇਸ਼ਾ ਆਪਾਂ ਡਿਪਾਰਟਮੈਂਟੇਸ਼ਨ ਇਸ ਤਰੀਕੇ ਨਾਲ ਕਰਦੇ ਹਾਂ, ਸਾਡਾ ਜਿਹੜਾ ਟਾਈਮ ਹੈ, ਸਾਡਾ ਜਿਹੜਾ ਰਿਸੋਰਸ ਹੈ, ਉਹਨਾਂ ਵਿੱਚ ਇਕੋਨਮੀ ਹੋਵੇ। ਡਿਪਾਰਟਮੈਂਟੇਸ਼ਨ ਨੂੰ ਕਰਨ ਦੇ ਮੈਥਡਸ ਕਿਹੜੇ ਨੇ, ਦੇਰ ਆਰ ਵੇਰੀਅਸ ਮੈਥਡ। ਸਭ ਤੋਂ ਪਹਿਲਾ ਮੈਥਡ ਆਉਂਦਾ ਹੈ ਫੰਕਸ਼ਨਲ ਡਿਪਾਰਟਮੈਂਟੇਸ਼ਨ। ਡਿਪਾਰਟਮੈਂਟਸ ਕਾਹਦੇ ਅਕੋਰਡਿੰਗ ਬਣਦੇ ਆ, ਫੰਕਸ਼ਨ ਦੇ ਅਕੋਰਡਿੰਗ। ਕਈ ਵਾਰ ਆਰਗੇਨਾਈਜੇਸ਼ਨ ਫੰਕਸ਼ਨ ਦੇ ਅਕੋਰਡਿੰਗ ਡਿਪਾਰਟਮੈਂਟ ਬਣਾਉਂਦੀਆਂ। ਹੁਣ ਆਰਗੇਨਾਈਜੇਸ਼ਨ 'ਚ ਅਲੱਗ-ਅਲੱਗ ਫੰਕਸ਼ਨ ਹੁੰਦੇ ਆ, ਜਿਵੇਂ ਪ੍ਰੋਡਕਸ਼ਨ ਹੁੰਦੀ ਹੈ, ਇਹਦਾ ਪ੍ਰੋਡਕਸ਼ਨ ਡਿਪਾਰਟਮੈਂਟ ਬਣ ਜਾਏਗਾ। ਸੇਲਸ ਦਾ ਸੇਲਸ ਡਿਪਾਰਟਮੈਂਟ ਬਣ ਜਾਏਗਾ। ਪਰਚੇਜ਼ ਦਾ ਪਰਚੇਜ਼ ਡਿਪਾਰਟਮੈਂਟ, ਫਾਈਨਾਂਸ ਦਾ ਫਾਈਨਾਂਸ ਡਿਪਾਰਟਮੈਂਟ, ਪਰਸੋਨਲ ਦਾ ਪਰਸੋਨਲ ਡਿਪਾਰਟਮੈਂਟ। ਕਹਿਣ ਦਾ ਭਾਵ ਕੀ ਹੈ ਕਿ ਆਰਗੇਨਾਈਜੇਸ਼ਨ ਨੂੰ ਫੰਕਸ਼ਨ ਦੇ ਅਕੋਰਡਿੰਗ ਡਿਪਾਰਟਮੈਂਟਸ ਬਣਾਏ ਜਾਂਦੇ ਆ ਆਰਗੇਨਾਈਜੇਸ਼ਨ ਦੇ ਵਿੱਚ। ਜਿਵੇਂ ਹੁਣ ਚੀਫ ਐਗਜ਼ੀਕਿਊਟਿਵ ਹੈ, ਉਹਨੇ ਆਪਣੇ ਫੰਕਸ਼ਨ ਦੇ ਅਕੋਰਡਿੰਗ ਡਿਪਾਰਟਮੈਂਟਸ ਬਣਾਤੇ। ਪ੍ਰੋਡਕਸ਼ਨ ਡਿਪਾਰਟਮੈਂਟ, ਪਰਚੇਜ਼ ਡਿਪਾਰਟਮੈਂਟ, ਸੇਲਸ ਡਿਪਾਰਟਮੈਂਟ, ਫਾਈਨਾਂਸ, ਪਰਸੋਨਲ, ਰਿਸਰਚ ਐਂਡ ਡਿਵੈਲਪਮੈਂਟ ਡਿਪਾਰਟਮੈਂਟ। ਠੀਕ ਹੈ, ਉਸ ਤੋਂ ਬਾਅਦ ਇਹਦੇ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ ਦੇਖ ਲੈਣਾ। ਸੈਕਿੰਡ ਆਉਂਦਾ ਜੀ ਪ੍ਰੋਡਕਟ ਵਾਈਜ਼ ਡਿਪਾਰਟਮੈਂਟ। ਪ੍ਰੋਡਕਟ ਨੂੰ ਲੈ ਕੇ ਡਿਪਾਰਟਮੈਂਟਸ ਬਣਾਏ ਜਾਂਦੇ। ਜਿਵੇਂ ਹੁਣ ਚੀਫ ਐਗਜ਼ੀਕਿਊਟਿਵ ਹੈ,
ਉਹਦੇ ਵਿੱਚ ਅਲੱਗ-ਅਲੱਗ ਪ੍ਰੋਡਕਟ ਬਣਦੇ ਨੇ। ਮੰਨ ਲਓ ਇੱਕ ਟੀਵੀ ਟੈਲੀਵਿਜ਼ਨ ਬਣ ਰਿਹਾ, ਰੇਡੀਓ ਬਣ ਰਿਹਾ, ਦੂਸਰਾ ਕੰਪਿਊਟਰ, ਤੀਸਰਾ ਤੇ ਐਗਰੋ ਡੇਅਰੀ ਡਿਪਾਰਟਮੈਂਟਸ ਨੇ। 4 ਡਿਪਾਰਟਮੈਂਟ ਹੈਗੇ ਨੇ। ਹੁਣ ਇੱਕ ਪ੍ਰੋਡਕਟ ਦੇ ਅੰਡਰ 3 ਡਿਪਾਰਟਮੈਂਟ ਬਣਾਤੇ। ਜਿਵੇਂ ਹੁਣ ਟੈਲੀਵਿਜ਼ਨ ਡਿਪਾਰਟਮੈਂਟ ਹੈ, ਉਹਦੇ ਵਿੱਚ ਪਹਿਲਾਂ ਪ੍ਰੋਡਕਸ਼ਨ ਡਿਪਾਰਟਮੈਂਟ ਬਣ ਗਿਆ, ਜਿਹਨੇ ਪ੍ਰੋਡਕਸ਼ਨ ਕਰਨੀ ਆ, ਮਾਰਕੀਟਿੰਗ ਵਾਲੇ ਨੇ ਮਾਰਕੀਟਿੰਗ ਕਰਨੀ ਆ, ਤੀਸਰੇ ਫਾइनेंस आ गया। इसी तरह अलग-अलग डिपार्टमेंट दे मतलब की है ये प्रोडक्ट वाइज डिपार्टमेंट्स नूं बनाया जाता है। तीसरा आंदा है जी जोग्राफिकल डिपार्टमेंट। जोग्राफिकल डिपार्टमेंट दे विच की हुंदा है कि जदों आपां एक्टिविटीज़ नूं जोग्राफी दे अकॉर्डिंग डिवाइड करते हैं। जिवें चीफ एग्जीक्यूटिव है, उहदे विच 4 मैनेजर ने अकॉर्डिंग टू डायरैक्शन। मैनेजर नॉर्थ जोन दा, साउथ जोन दा मैनेजर, ईस्ट जोन दा एंड वैसट जोन दा। 4 जोन के मैनेजर्स हो गए। हुण जिवें नॉर्थ जोन ने अपने 3 डिपार्टमेंट्स बना ले, प्रोडक्शन डिपार्टमेंट, मार्केटिंग डिपार्टमेंट, अकाउंट्स डिपार्टमेंट। उन्हें जोग्राफी के अकॉर्डिंग नॉर्थ ने अलग बनाना, साउथ ने अलग, ईस्ट ने अलग, वैसट ने अलग। तो यह होगा जोग्राफिकल डिपार्टमेंटेशन। चौथा आंदा जी कस्टमर वाइज डिपार्टमेंटेशन। ये की आएगा कस्टमर के अकॉर्डिंग बिजनेस के डिवीजन होंगी है डिपार्टमेंट्स नूं लैके। स्मॉल लार्ज देखते हैं पहला, ठीक है। फिर थोड़े जो बायर्स ने वो इंडस्ट्रीयल, अल्टीमेट है, गवर्नमेंट है, कोई भी कस्टमर्स नूं देख के फिर डिपार्टमेंटेशन बनाई जाती है। उस तो बाद आता है प्रोसैस डिपार्टमेंटेशन। प्रोसैस नूं लैके जिवें पहला रॉ मटीरीयल आता है, फिर वर्क इन प्रोग्रैस, फाइनल प्रोडक्ट, अलग अलग प्रोसैस है। तो उस प्रोसैस नूं लैके अलग अलग डिपार्टमेंट्स जिहड़े ने बनाए जाते हैं। 6th आंदा जी कंबाइन और कंपोजिट। ये की होएगा आपां कंबाइन करते हैं जिहड़े पिछले सारे मैथड्स आपां पढ़े आ, उन्हां मैथड्स नूं कंबाइन करके कोई 2 या 3 मैथड्स नूं कंबाइन करके जिहड़ा आपां डिपार्टमेंट्स बनाने। जिवें एग्जाम्पल है चीफ एग्जीक्यूटिव है, इन्हें पहला नॉर्थ डिवीजन, ठीक है, जोग्राफिकल डिपार्टमेंट की है, नॉर्थ डिवीजन एंड साउथ डिवीजन। उस बाद उन्होंने प्रोडक्ट वाइज डिपार्टमेंट की है, टीवी, रेडियो, कंप्यूटर ते एग्रो डेयरी। उस बाद उन्होंने फंक्शनल डिपार्टमेंट की है, प्रोडक्शन, मार्केटिंग एंड अकाउंट्स। ये 3 डिपार्टमेंट्स जिहड़े ने वो कंबाइन करके एक प्रॉपर डिपार्टमेंटेशन बनाई गई है, तो इनू कंबाइन डिपार्टमेंटेशन कहा जाता है। ये वाला टॉपिक कंप्लीट हो गया। उस तो बाद आता जी स्पैन ऑफ मैनेजमेंट, स्पैन ऑफ कंट्रोल भी कहते हैं। यदा मतलब होंदा है कि एक देखो जो 2 पर्सन होंदे ने, एक होंदा सुपीरियर, एक होंदा सबॉर्डीनेट, ठीक है जी। सुपीरियर होंदा है जे बॉस, सबॉर्डीनेट होंदा है जिहड़ा वर्कर्स काम कर रहे हैं। ये देखा जाता है कि एक जिहड़ा सुपरवाइजर है यानी कि सुपीरियर है, वो किन्ने वर्कर्स नूं हैंडल कर सकता है, किन्ने वर्कर्स नूं कंट्रोल कर सकता है। मतलब वो कैपेसिटी के अकॉर्डिंग आप डिसाइड करते हैं कि एक बॉस जिहड़ा किन्ने वर्कर्स नूं ईजीली हैंडल कर सकता है, ईजीली कंट्रोल कर सकता है, उन्होंने बोलते हैं स्पैन ऑफ कंट्रोल। मीनिंग देखिए कि स्पैन का मतलब होंदा है स्पेस, स्पेस का मतलब होंदा है 2 स्पोर्ट्स के विचकार जिहड़ी स्पेस होंदी है, स्पेस बिटवीन 2 पिलर ऑफ अ ब्रिज। पुल के 2 जिहड़े खंबे होंदे ने उन्हां दे विचकारली स्पेस नूं स्पैन बोलिया जाता है। तो स्पैन का मतलब होंदा है जिहड़ा कि ज़्यादा वड्डा भी ना होवे, ज़्यादा छोटा भी ना होवे। जिवें हुण आपां ब्रिज पुल बनाउण वेले पुल इस तरीके नाल बनाने आ ताकि वो ब्रिज नूं ईजीली कैरी आउट मतलब कैरी कर सकन, ठीक है। इसी तरह मैनेजमेंट दे विच स्पैन का मतलब होंदा कंट्रोल करना, कि एक मैनेजर, एक सुपरवाइजर जिहड़ा आ किन्ने वर्कर्स नूं ईजीली सुपरवाइज कर सकदा है, उन्होंने बोलते हैं स्पैन ऑफ मैनेजमेंट, द स्पैन ऑफ कंट्रोल। तो उन्होंने स्पैन करन दे लई किहड़े डिटरमिनिंग हैगे ने। सब तो पहला डायरैक्ट सिंगल रिलेशन आंदा है। इहदे विच की आंदा है कि इंडिविजुअल जिहड़ा आ सुपीरियर है वो सीधा सबॉर्डीनेट्स नाल इंटरैक्ट करदा है, ठीक है। तो ਉਹਦੇ ਕੋਲ 4 सबॉर्डीनेट कहते 10 सुपरवाइजर के कोल 4 सबॉर्डीनेट्स होणगे, 4 सबॉर्डीनेट्स नूं कंट्रोल करेगा। डायरैक्ट सिंगल रिलेशन दे विच एक बॉस जिहड़ा वो 4 वर्कर्स नूं सुपरवाइज करेगा। दूसरा आ गया ग्रुप रिलेशनशिप। ये की आएगा कि एक सुपीरियर जिहड़ा है वो सबॉर्डीनेट्स नूं कॉम्बीनेशन के अकॉर्डिंग जिहड़ा सुपरवाइज करूगा। जिवें ए बी नाल बी नूं करूगा, ए टू बी विद सी, फिर ए टू सी विद बी, इस तरीके नाल ग्रुपिंग। क्रॉस रिलेशनशिप दे विच राजे एक फार्मूला अप्लाई हुंदा है, एन ब्रैकेट 2 दी पावर n डिवाइडेड बाय 2 प्लस n-1 का फार्मूला लगा के कैपेसिटी कड्ढी जाती है कि एक सुपरवाइजर जिहड़ा किन्ने वर्कर्स नूं हैंडल कर सकदा है।
उस तो बाद किहड़े फैक्टर्स ने जिहड़े स्पैन ऑफ सुपरविजन नूं इफैक्ट करते हैं। सब तो पहला आपां देखते हैं कैपेसिटी एंड एबिलिटी कि एक सुपरवाइजर है किन्ने वर्करस नूं ईजीली उस कैपेसिटी या एबिलिटी है कि किन्ने वर्करस नूं ईजीली कंट्रोल कर सकता है या सुपरवाइज कर सकता है। दूसरा देखते हैं कॉम्पीटेंस एंड ट्रेनिंग ऑफ सबॉर्डीनेट्स ਜਿਹੜੇ सबॉर्डीनेट्स ਆ जिन्हां कोल वधिया नॉलेज है एफिशिएंट है ट्रेंड नहीं उन्होंने वास्ते सुपरविजन की घट लोड़ पैंदी आ। ਜਿਹੜੇ फ्रैशर ने जिन्हां कोल कोई भी ट्रेनिंग नहीं हैगी उत्थे सुपरविजन की लोड़ ज़्यादा पैंदी है। नैक्सट आ गया नेचर ऑफ वर्क काम का जिहड़ा सुभाਅ आ वो भी देखा जाता है। जेकर तुहानूं लगदा है कि तुहाडे जिहड़े काम का सुभाਅ लोअर लैवल ते है तो उत्थे इन्नी ज़्यादा सुपरविजन की लोड़ नहीं हुंदी, हायर लैवल के उत्ते सुपरविजन की लोड़ ज़्यादा हुंदी है। उस तो बाद आ गया टाइम, जेकर टाइम